ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਜੈਂਡਰ ਇੰਡੀਵਿਜੂਅਲ ਡਿਫਰੈਂਸਿਸ ਐਂਡ ਪ੍ਰੋਗਰੈਸ ਆਫ ਐਜੂਕੇਸ਼ਨ ਦੇ ਨਾਲ ਰਿਲੇਟਡ ਕੁਝ ਕੰਬਾਈਨ ਐਮਸੀਕਿਊ ਕਰ ਰਹੇ ਸੀਗੇ। ਲਾਸਟ ਕਲਾਸ ਦੇ ਵਿੱਚ ਆਪਾਂ 15 ਐਮਸੀਕਿਊ ਕੀਤੇ। ਲਾਸਟ ਕਲਾਸ ਦਾ ਜਿਹੜਾ ਹੈਗਾ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਉਸ ਵੀਡੀਓ ਦਾ, ਤੋਂ ਵੀਡੀਓ ਤੁਸੀਂ ਉਹ ਜਿਹੜੇ ਐਮਸੀਕਿਊ ਹੈਗੇ ਨੇ ਤੁਸੀਂ ਉੱਥੇ ਦੇਖ ਸਕਦੇ ਹੋ। ਅਸੀਂ ਸਟਾਰਟ ਕਰਦੇ ਹਾਂ ਜੀ ਸਾਡੇ ਅਗਲੇ ਐਮਸੀਕਿਊ। अगर तुसी क्लासेस लेना चाहते हो तो अगेन डिस्क्रिप्शन बॉक्स के भी नंबर दिता होया 9988000121 के उपर व्हाट्सएप कर सकते हो या कॉल करके कोर्स की इन्फॉर्मेशन ले सकते हो। तो आप स्टार्ट करते हैं जी अपना 16th MCQ। हाउ कैन स्टडिंग इंडिविजुअल डिफरेंसेस बिटवीन स्टूडेंट्स हेल्प अ टीचर। कहते ਜਿਹੜੇ ਵਿਦਿਆਰਥੀਆਂ ਦੇ ਵਿਚਕਾਰ ਵਿਅਕਤੀਗਤ ਅੰਤਰ ਹੁੰਦੇ ਨੇ ਉਹਨਾਂ ਦਾ ਅਧਿਐਨ ਕਰਨ ਦੇ ਵਿੱਚ ਅਧਿਆਪਕ ਕਿਵੇਂ ਮਦਦ ਕਰ ਸਕਦਾ। ਠੀਕ ਹੈ, ਕਿਉਂਕਿ ਅਧਿਆਪਕ ਦਾ ਰੋਲ ਬਹੁਤ ਇੰਪੋਰਟੈਂਟ ਆ ਬੇਟਾ। ਕਲਾਸ ਨੂੰ ਟੀਚ ਕਰਨਾ, ਵੈਰਾਈਟੀ ਆਫ ਸਟੂਡੈਂਟਸ ਹੈਗੇ ਨੇ, ਇੰਡੀਵਿਜੂਅਲ ਡਿਫਰੈਂਸਸ ਨੇ, ਕਿਵੇਂ ਟੀਚ ਕਰਨਾ ਨਾ, ਕਿਸ ਤਰ੍ਹਾਂ ਦਾ ਮਤਲਬ ਆਪਾਂ ਕੀ ਟੀਚਰ ਦਾ ਰਵੱਈਆ ਹੋਊਗਾ। ਕਹਿੰਦੇ ਇਟ ਵਿਲ ਹੈਲਪ ਡਿਵੈਲਪ ਅ ਕੰਪੀਟੀਟਿਵ ਫੀਲਿੰਗ ਅਮੰਗ ਹਿਸ ਸਟੂਡੈਂਟ। ਕਹਿੰਦੇ ਇਹਦੇ ਨਾਲ ਜਿਹੜਾ ਹੈਗਾ ਬੱਚਿਆਂ ਦੇ ਵਿੱਚ ਜਿਹੜਾ ਹੈਗੇ ਕੰਪੀਟੀਟਿਵ ਫੀਲਿੰਗ ਆਊਗੀ, ਮੁਕਾਬਲੇ ਦੀ ਭਾਵਨਾ ਆਊਗੀ। ਅੱਗੇ ਅਸੀਂ ਦੇਖਦੇ ਹਾਂ ਬੇਟਾ ਜੀ, ਇਟ ਵਿਲ ਹੈਲਪ ਟੂ ਡਿਵਾਈਸ ਦਾ बेस्ट इंस्ट्रक्शनल स्ट्रैटेजीज। ठीक है, ये उसनू वधिया सिक्ख्या संबंधी रणनीतियां तैयार करने दे विच मदद करूगी। ठीक है, इट विल हेल्प हिम इन अवॉइडिंग कल्चरल कॉन्फ्लिक्ट। ठीक कहते ये जिहड़ा हैगा कल्चरल कॉन्फ्लिक्ट आ जिहड़ा वो टकरा तो बचण दे विच मदद मिलूगी। ठीक है बेटा, देखो अगर क्लास दे विच इंडिविजुअल डिफरेंसिस हैगे ने तां इंडिविजुअल डिफरेंसिस टीचर की ਕਿਹੜੀ ਚੀਜ਼ ਦੇ ਵਿੱਚ ਹੈਲਪ ਕਰਨਗੇ। ਠੀਕ ਹੈ, ਤਾਂ ਕਹਿੰਦੇ ਇਹਦੇ ਨਾਲ ਬੇਟਾ ਜੀ ਟੀਚਰ ਜਿਹੜਾ ਹੈਗਾ ਉਹ ਇੱਕ ਬੈਟਰ ਰਣਨੀਤੀ ਤਿਆਰ ਕਰ ਸਕਦਾ ਹੈਗਾ ਨਾ, ਕਿਹੜੇ ਇੰਡੀਵਿਜੂਅਲ ਡਿਫਰੈਂਸਿਸ ਜਾਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਿਹੇਵੀਅਰ ਮੈਂ ਕਰਨਾ ਹੈਗਾ, ਕਿਸ ਤਰ੍ਹਾਂ ਦੇ ਜਿਹੜੇ ਮੈਥਡ ਹੈਗੇ ਨੇ ਮੈਂ ਅਡਾਪਟ ਕਰਨੇ ਆ ਹਨਾ, ਉਹ ਟੀਚਰ ਇੱਥੇ ਫੋਲੋ ਕਰੂਗਾ। ਅਗਰ ਉਹਦੀ ਕਲਾਸ ਜਿਹੜੀ ਹੈਗੀ ਹੈ ਇੰਡੀਵਿਜੂਅਲ ਡਿਫਰੈਂਸਿਸ ਵਾਲੀ ਆ, ਬੱਚੇ ਅਗਰ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸ਼ੋ ਕਰ ਰਹੇ ਆ, ਠੀਕ ਹੈ, ਆਪਣਾ ਬਿਹੇਵੀਅਰ ਜਿਹੜਾ ਹੈਗਾ ਉਹ ਸ਼ੋ ਕਰ ਰਿਹਾ, ਡਿਫਰੈਂਸਿਸ ਵਾਲਾ ਬਿਹੇਵੀਅਰ ਸ਼ੋ ਕਰ ਰਿਹਾ, ਤਾਂ ਉਹਦੇ ਨਾਲ ਟੀਚਰ ਦੇ ਲਈ ਜਿਹੜਾ ਹੈਗਾ ਬੈਸਟ ਇੰਸਟਰਕਸ਼ਨਲ ਸਟ੍ਰੈਟੇਜੀਜ਼, ਵਧੀਆ ਲਰਨਿੰਗ ਜਿਹੜਾ ਹੈਗਾ ਲੈਸਨ ਪਲਾਨ ਤਿਆਰ ਕਰਨੇ, ਇੰਸਟਰਕਸ਼ਨਲ ਪਲਾਨ ਤਿਆਰ ਕਰਨੇ ਹਨਾ, ਇਹਦੇ ਚ ਟੀਚਰ ਦੀ ਜਿਹੜੀ ਉਹ ਹੈਲਪ ਹੋ ਸਕਦੀ ਹੈ। ਠੀਕ ਹੈ, ਤੇ ਵੈਰਾਈਟੀ ਹੋਊਗੀ ਤਾਂ ਬੱਚੇ ਲਰਨ ਵੀ ਬੈਟਰ ਕਰਨਗੇ। नेक्स्ट है बेटा जी, व्हाट शुड बी द रोल ऑफ टीचर इन रिड्यूसिंग द इफेक्ट ऑफ इंडिविजुअल डिफरेंसेस। ठीक है, कहते टीचर का की रोल होगा जी रिड्यूस करने के लिए ਜਿਹੜੇ ਇਫੈਕਟ ਹੈਗੇ ਇੰਡੀਵਿਜੂਅਲ ਡਿਫਰੈਂਸਿਸ ਦੇ, ਇੰਡੀਵਿਜੂਅਲ ਡਿਫਰੈਂਸਿਸ ਨੂੰ ਘੱਟ ਕਰਨ ਦੇ ਲਈ ਟੀਚਰ ਜਿਹੜਾ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਊਗਾ। ਕਹਿੰਦੇ ਟੀਚਰ ਸ਼ੁੱਡ ਟਰਾਈ ਟੂ ਐਡਜਸਟ ਦਾ ਕਰਿਕੂਲਮ ਐਜ਼ ਪਰ ਇੰਡੀਵਿਜੂਅਲ ਨੀਡਸ। ਬਿਲਕੁਲ ਸਹੀ ਆ, ਟੀਚਰ ਐਡਜਸਟ ਕਰੂਗਾ ਪੂਰੇ ਦੇ ਪੂਰੇ ਪਾਠਕ੍ਰਮ ਨੂੰ ਬੱਚਿਆਂ ਦੀ ਨੀਡ ਦੇ ਅਕੋਰਡਿੰਗ, ਇੰਡੀਵਿਜੂਅਲ ਲੋੜ ਦੇ ਅਕੋਰਡਿੰਗ। ਠੀਕ ਹੈ, द टीचर शुड ट्राई टू अंडरस्टैंड द एबिलिटी। टीचर कोशिश करूगा अपनी एबिलिटीज बच्चों दी एबिलिटीज जिहड़ियां हैगियां ने, रुझान, एप्टीट्यूड, ठीक है, ते इंटरस्ट, इच्छावां बच्चों दियां जानन दे लई। ठीक है जी, कितां कहंदी अगर ये सारियां चीज़ां हो जाणगियां, मतलब करिकुलम भी बच्चों की नीड के अकॉर्डिंग ढाल दूगा, बच्चों की एबिलिटी नूं, उन्हां दे रुझानां नूं, उन्हां दे इंडिविजुअल डिफरेंसिस नूं अंडरस्टैंड करन दी कोशिश करूगा, तो फिर जिहड़ा क्लास दे विच जिहड़ा हैगा इंडिविजुअल डिफरेंसिस ਜਿਹੜੇ ਹੈਗੇ ਨੇ ਉਹਨਾਂ ਦਾ ਇਫੈਕਟ ਘੱਟ ਦਿਖਾਈ ਦਊਗਾ, ਹਿੰਡਰੈਂਸ ਨਹੀਂ ਬਣਨਗੇ, ਉਹ ਇੱਕ ਪੋਜ਼ਿਟਿਵ ਵੇ ਦੇ ਨਾਲ ਇੱਕ ਰਿਸੋਰਸ ਬਣ ਕੇ ਬੱਚਿਆਂ ਨੂੰ ਲਰਨ ਕਰਨ ਦੇ ਵਿੱਚ ਮਦਦ ਕਰਨਗੇ। ਤਾਂ ਸਾਡੀ ਆਪਸ਼ਨ ਆ ਗਈ 1 ਐਂਡ 2 ਦਾ। ਅਗਰ ਟੀਚਰ ਇਹ ਦੋਨੋਂ ਸਟੈਪ ਚੱਕੂਗਾ ਤਾਂ ਬੱਚੇ ਜਿਹੜੇ ਹੈਗੇ ਨੂੰ ਇੰਡੀਵਿਜੂਅਲ ਡਿਫਰੈਂਸਿਸ ਦੇ ਨਾਲ ਵੀ ਇੰਡੀਵਿਜੂਅਲ ਡਿਫਰੈਂਸਿਸ ਨੂੰ ਵੀ ਐਜ਼ ਅ ਰਿਸੋਰਸ ਲੈ ਕੇ ਲਰਨ ਕਰ ਸਕਦੇ ਆ। देन बेटा जी लर्नर डिस्प्ले इंडिविजुअल डिफरेंसेस सो आ टीचर शुड। कहते लर्नर डिस्प्ले करते हैं इंडिविजुअल डिफरेंसेस। ठीक है, व्यक्तिगत विभिन्नतावां ने सीखण वालियां दे विच तां टीचर की करूगा, इंसिस्ट ऑन अ यूनीफॉर्म पेस ऑफ लर्निंग। कहते एक सार रफ्तार ते जोर पाओगे नहीं, मैं पहला भी दस चुकी हूं, एक सार रफ्तार नहीं रखोगे, बच्चे हर बच्चे का अपना पेस अलग अलग है। ठीक है, प्रोवाइड अ वैरायटी ऑफ लर्निंग एक्सपीरियंस, मैं पहला भी शायद क्वेश्चन रिपीट हो चुका है ना, ਬੱਚੇ ਨੂੰ ਵੱਧ ਤੋਂ ਵੱਧ ਐਕਸਪੀਰੀਐਂਸਿਸ ਦਵੋਗੇ, ਲਰਨਿੰਗ ਵੈਰਾਈਟੀ ਪ੍ਰੋਵਾਈਡ ਕਰੋਗੇ, ਟਾਸਕ ਵੱਧ ਤੋਂ ਵੱਧ ਪ੍ਰੋਵਾਈਡ ਕਰੋਗੇ, ਵੱਧ ਤੋਂ ਵੱਧ ਬੱਚਾ ਐਕਸਪੀਰੀਐਂਸ ਕਰੂਗਾ, ਤਾਂ ਜਿਸ ਤਰ੍ਹਾਂ ਦੇ ਬੱਚੇ ਦੀ ਨੀਡ ਹੋਊਗੀ ਉਸ ਅਕੋਰਡਿੰਗ ਬੱਚਾ ਜਿਹੜਾ ਹੈਗਾ ਤੁਹਾਡੀ ਟੀਚਿੰਗ ਦੇ ਵਿੱਚੋਂ ਲਰਨ ਕਰ ਜੂਗਾ। ਠੀਕ ਹੈ ਜੀ, ਤਾਂ ਵੈਰਾਈਟੀ ਆਫ ਲਰਨਿੰਗ ਐਕਸਪੀਰੀਐਂਸ ਪ੍ਰੋਵਾਈਡ ਕੀਤੇ ਜਾਂਦੇ ਨੇ ਇੰਡੀਵਿਜੂਅਲ ਕਲਾਸ ਦੇ ਵਿੱਚ, ਇੰਡੀਵਿਜੂਅਲ ਡਿਫਰੈਂਸਿਸ ਵਾਲੀ ਕਲਾਸ ਦੇ ਵਿੱਚ। ਨੈਕਸਟ ਹੈਗਾ ਜੀ ਸਕੂਲ शुड केटर द इंडिविजुअल डिफरेंसिस टू। कहते स्कूल किवें केटर करूगा, किवें जिहड़े व्यक्तिगत अंतर हैगे ने है ना उन्हां दे उपर पूरा उतरन की कोशिश करूगा, इंडिविजुअल डिफरेंसिस नूं ध्यान दे विच रख के किवें उन्हां दी नीड नूं पूरा कीता जाऊगा। कहते मेक इंडिविजुअल्स
स्टूडेंट फील एक्सक्लूसिव, हर बच्चे ਨੂੰ ਵਿਸ਼ੇਸ਼ ਮਹਿਸੂਸ ਕਰਵਾ ਕੇ ਨੈਰੋ ਦਾ ਗੈਪ ਬਿਟਵੀਨ ਇੰਡੀਵਿਜੂਅਲ ਸਟੂਡੈਂਟਸ ਦੇ ਵਿਚਕਾਰ ਅੰਤਰ ਘੱਟ ਕਰਕੇ ਈਵਨ ਆਊਟ ਅਬਿਲਿਟੀਜ਼ ਐਂਡ ਪਰਫਾਰਮੈਂਸ ਆਫ ਸਟੂਡੈਂਟ, ਵਿਦਿਆਰਥੀਆਂ ਦੀ ਕਾਬਲੀਅਤ ਤੇ ਜਿਹੜਾ ਪ੍ਰਦਰਸ਼ਨ ਹੈਗਾ ਉਹਨੂੰ ਬਾਹਰ ਕੱਢ ਕੇ ਅੰਡਰਸਟੈਂਡ ਵਾਈ ਸਟੂਡੈਂਟ ਆਰ ਏਬਲ ਔਰ ਅਨਏਬਲ ਟੂ ਲਰਨ। ਠੀਕ ਹੈ, ਚਾਰੇ ਆਪਸ਼ਨਾਂ ਤੁਹਾਨੂੰ ਇੱਥੇ ਸਹੀ ਲੱਗਦੀਆਂ ਹੋਣਗੀਆਂ, ਬਟ ਇੱਥੇ ਇੱਕ ਚੀਜ਼ ਦੇਖੋ, ਸਕੂਲ ਨੇ ਕੇਟਰ ਕਰਨਾ, ਠੀਕ ਹੈ, ਉਹਨਾਂ ਦੀ ਇੰਡੀਵਿਜੂਅਲ ਡਿਫਰੈਂਸਿਸ ਨੇ, ਉਹਨਾਂ ਲੋੜਾਂ ਨੂੰ ਪੂਰਾ ਕਰਨਾ। ਮਤਲਬ ਪਹਿਲਾਂ ਇਹ ਵੇਖਣਾ ਕਿ ਜਿਹੜੇ ਇੰਡੀਵਿਜੂਅਲ ਡਿਫਰੈਂਸਿਸ ਹੈਗੇ ਨੇ ਉਹ ਕਿਹਦੇ ਬਿਹਾਫ ਦੇ ਉੱਪਰ ਨੇ, ਤਾਂ ਉਹ ਹਰ ਬੱਚੇ ਦੀ, ਜਿਹੜੇ ਬੱਚੇ ਹੈਗੇ ਨੇ ਉਹ ਕੀ ਕਰਨ ਦੇ ਯੋਗ ਨੇ ਤੇ ਕੀ ਕਰਨ ਦੇ ਅਯੋਗ ਨੇ, ਠੀਕ ਹੈ, ਤੇ ਉਹਨਾਂ ਦੇ ਪਿੱਛੇ ਕੀ ਕਾਰਨ ਹੈਗਾ, ਇਹਨਾਂ ਚੀਜ਼ਾਂ ਨੂੰ ਲਰਨ ਕਰੂਗੇ, ਅੰਡਰਸਟੈਂਡ ਕਰਨਗੇ ਟੀਚਰ, ਸਕੂਲ, ਠੀਕ ਹੈ, ਤੇ ਫਿਰ ਹੀ ਜਿਹੜਾ ਹੈਗਾ ਇੰਡੀਵਿਜੂਅਲ ਡਿਫਰੈਂਸਿਸ ਦੇ ਅਕੋਰਡਿੰਗ ਬੱਚਿਆਂ ਨੂੰ, ਉਹਨਾਂ ਦੀ ਲੋੜ ਦੇ ਅਕੋਰਡਿੰਗ ਬੱਚਿਆਂ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਠੀਕ ਹੈ, ਅਗਰ ਬੇਟਾ ਸਾਨੂੰ ਇਹ ਪਤਾ ਕਿ ਬੱਚੇ ਕਿਹੜੀ ਚੀਜ਼ ਸਿੱਖਣਾ ਚਾਹੁੰਦੇ ਨੇ, ਕਿਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਬੱਚਿਆਂ ਦੀ, ਕਿਹੜਾ ਕੰਮ ਕਰਨ ਦੇ ਯੋਗ ਨੇ, ਤਾਂ ਆਪਣੇ ਆਪ ਜਿਹੜਾ ਹੈਗਾ ਬੱਚਿਆਂ ਦੀ ਲੋੜ ਦੇ ਅਕੋਰਡਿੰਗ ਟੀਚ ਕੀਤਾ ਜਾ ਸਕਦਾ। ਠੀਕ ਹੈ ਜੀ। ਦੈਨ ਬੇਟਾ ਜੀ 20 ਕੁਐਸਚਨ ਹੈਗਾ ਆਪਣੇ ਕੋਲ, ਦਾ ਇੰਡੀਵਿਜੂਅਲ ਡਿਫਰੈਂਸਿਸ ਆਫ ਸਟੂਡੈਂਟ ਇਨ ਅ ਕਲਾਸਰੂਮ ਆਰ। ਤੇ ਕਹਿੰਦੇ ਜਿਹੜੇ ਇੰਡੀਵਿਜੂਅਲ ਡਿਫਰੈਂਸਿਸ ਹੈਗੇ ਆ ਸਕੂਲ ਦੇ ਵਿੱਚ, ਉਹ ਕਲਾਸਰੂਮ ਦੇ ਵਿੱਚ, ਮਤਲਬ ਉਹ ਕਿਵੇਂ ਦੀ ਕਲਾਸਰੂਮ ਹੋਊਗੀ, ਕਹਿੰਦੇ ਡਿਸਐਡਵਾਂਟੇਜ ਹੋਊਗੀ। ਗੱਲ ਤਾਂ ਇੱਥੋਂ ਹੀ ਟਰਮ ਗਲਤ ਹੋ ਜਾਂਦੀ ਹੈ, ਨੁਕਸਾਨਦੇਹ ਨਹੀਂ ਹੈਗਾ। ਅਗਰ ਕਲਾਸ ਭਾਈ ਇੰਡੀਵਿਜੂਅਲ ਡਿਫਰੈਂਸਿਸ ਵਾਲੀ ਆ, ਹਰ ਇੱਕ ਕਲਾਸ ਇਸੇ ਤਰੀਕੇ ਦੀ ਹੁੰਦੀ ਆ ਨਾ, ਤਾਂ ਫਿਰ ਉਹ ਤੁਹਾਡੇ ਲਈ ਡਿਸਐਡਵਾਂਟੇਜ ਨਹੀਂ ਹੈਗਾ। ਕਹਿੰਦੇ ਡੈਟਰੀਮੈਂਟਲ ਆ, ਇਹ ਵੀ ਨੁਕਸਾਨਦੇਹ ਆ, ਮਤਲਬ ਹਨਾ ਕਿ ਸਟੂਡੈਂਟਸ ਦੇ ਵਿੱਚ ਕੰਫਲਿਕਟ ਹੋ ਜਾਊਗਾ, ਨਹੀਂ, ਨੁਕਸਾਨਦੇਹ ਵਾਲੀ ਤੁਹਾਡੀ ਟਰਮ ਇੱਥੇ ਆਉਣੀ ਹੋਈ ਨਹੀਂ। ਕਹਿੰਦੇ ਇਨਐਕਸਪੈਂਡੈਂਟ ਆ, ਜਾਨੀ ਕਿ ਅਟੁਕਵੀਂ ਆ, ਠੀਕ ਹੈ, ਕਰਿਕੂਲਮ ਤੁਹਾਡਾ ਪੂਰਾ ਨਹੀਂ ਹੋਊਗਾ, ਬਹੁਤ ਸਲੋ ਹੋ ਜੂਗੇ ਹਨਾ, ਤਾਂ ਇਹ ਵੀ ਨਹੀਂ ਆ। ਤਾਂ ਮੈਂ ਕਿਹਾ ਇੰਡੀਵਿਜੂਅਲ ਡਿਫਰੈਂਸਿਸ ਰਿਸੋਰਸਿਸ ਹੋ ਸਕਦੇ ਆ, ਕੱਲੇ ਕੱਲੇ ਬੱਚੇ ਦੀ ਨੀਡ ਨੂੰ ਪੂਰਾ ਕਰਕੇ ਟੀਚਰ ਪੜ੍ਹਾ ਸਕਦਾ, ਤਾਂ ਇਹ ਐਡਵਾਂਟੇਜ ਕਲਾਸ ਆ। ਠੀਕ ਹੈ, ਇੱਕ ਆਪਾਂ ਕਹਿ ਸਕਦੇ ਹਾਂ ਲਾਭਦਾਇਕ ਕਲਾਸ ਆ, ਜਿਹਦੇ ਚ ਜਿਹੜਾ ਟੀਚਰ ਹੈਗਾ ਉਹ ਬੱਚਿਆਂ ਨੂੰ ਕੋਗਨਿਟਿਵ ਸਟਰਕਚਰ ਦੇ ਅਕੋਰਡਿੰਗ ਬੱਚਿਆਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਐਕਸਪਲੋਰ ਕਰਨ ਦੇ ਮੌਕੇ ਦਊਗਾ। ਠੀਕ ਹੈ, ਉਹਨਾਂ ਨੂੰ ਬੱਚਿਆਂ ਨੂੰ ਜਿੱਥੇ ਬੱਚੇ ਆਪਣੀ ਕੋਗਨਿਸ਼ਨ ਸਟਰਕਚਰ ਹੈਗਾ, ਜਿੱਥੇ ਐਕਸਪਲੋਰ ਕਰ ਰਹੇ ਹੈਗੇ ਆ, ਉਹਨਾਂ ਨੂੰ ਐਕਸਪਲੋਰ ਕਰਨ ਦੇ ਵਿੱਚ ਵੱਧ ਤੋਂ ਵੱਧ ਮਦਦ ਕਰ ਸਕਦਾ ਹੈਗਾ, ਕੱਲੇ ਕੱਲੇ ਬੱਚੇ ਦੇ ਉੱਪਰ ਧਿਆਨ ਦੇ ਕੇ। ਠੀਕ ਹੈ, ਤਾਂ ਐਡਵਾਂਟੇਜ ਕਲਾਸ ਹੁੰਦੀ ਆ, ਯਾਨੀ ਕਿ ਇੱਕ ਲਾਭਦਾਇਕ ਕਲਾਸ ਹੁੰਦੀ ਆ। 21 ਕੁਐਸਚਨ ਜੀ, ਵੀ ਆਲ ਡਿਫਰੈਂਟ ਇਨ ਟਰਮ ਆਫ ਇੰਟੈਲੀਜੈਂਸ, ਮੋਟੀਵੇਸ਼ਨ ਐਂਡ ਇੰਟਰਸਟ। ਅਸੀਂ ਸਾਰੇ ਹੀ ਇੱਕ ਦੂਜੇ ਤੋਂ ਭਿੰਨ, ਕਿਸੇ ਦੀਆਂ ਜਿਹੜੀਆਂ ਇਛਾਵਾਂ ਭਿੰਨ, ਕਿਸੇ ਦੀ ਬੁੱਧੀ ਭਿੰਨ, ਕਿਸੇ ਦੇ ਜਿਹੜੇ ਉਦੇਸ਼ ਭਿੰਨ, ਕਿਸੇ ਦੇ ਇੰਟਰਸਟ ਭਿੰਨ ਨਾ, ਸਾਰੀਆਂ ਚੀਜ਼ਾਂ ਅਸੀਂ ਸਾਰੇ ਇੱਕ ਦੂਜੇ ਤੋਂ ਬਹੁਤ ਅਲੱਗ-ਅਲੱਗ ਹਾਂ। ਤਾਂ ਇਹ ਚੀਜ਼ ਕੀ ਹੈਗੀ ਆ ਜੀ, ਅਸੀਂ ਇਹਨੂੰ ਕੀ ਕੰਸੀਡਰ ਕਰਦੇ ਹਾਂ ਜੀ, ਇੰਡੀਵਿਜੂਅਲ ਡਿਫਰੈਂਸਿਸ। ਠੀਕ ਹੈ ਜੀ, ਇਹ ਈਜ਼ੀ ਸੀਗਾ ਕਿ ਇੰਡੀਵਿਜੂਅਲ ਡਿਫਰੈਂਸਿਸ। ਨੈਕਸਟ ਕੁਐਸਚਨ ਆ ਜੀ, ਦਾ ਬੈਸਟ ਲਰਨਿੰਗ ਇਜ਼ ਦੈਟ ਇਨ ਵਿਚ। ਕਹਿੰਦੇ ਬੈਸਟ ਲਰਨਿੰਗ ਕਿਹੜੀ ਹੋਊਗੀ, ਠੀਕ ਹੈ, ਕਿਹੜੀ ਬੈਸਟ ਲਰਨਿੰਗ ਹੁੰਦੀ ਆ ਜੀ, ਜਿਹਦੇ ਚ ਬੱਚਾ ਸੈਂਟਰ ਦੇ ਵਿੱਚ ਹੋਵੇ। ਇਹ ਪ੍ਰੋਗਰੈਸਿਵ ਐਜੂਕੇਸ਼ਨ ਦੇ ਵਿੱਚੋਂ ਆ ਰਿਹਾ। ਪ੍ਰੋਗਰੈਸਿਵ ਐਜੂਕੇਸ਼ਨ ਕੀ ਹੁੰਦੀ ਹੈ ਬੇਟਾ ਜੀ, ਚਾਈਲਡ ਸੈਂਟਰ ਐਜੂਕੇਸ਼ਨ, ਜਿੱਥੇ ਬੱਚਾ ਸੈਂਟਰ ਦੇ ਵਿੱਚ ਹੋਵੇ, ਬੱਚਾ ਐਕਟਿਵ ਹੋਵੇ, ਠੀਕ ਹੈ, ਡੈਮੋਕ੍ਰੇਟਿਵ ਲਰਨਿੰਗ ਹੋਵੇ। ਕਲੀਅਰ। ਤਾਂ ਬੈਸਟ ਲਰਨਿੰਗ ਕਿਹੜੀ ਹੋਊਗੀ, ਕਹਿੰਦੇ ਇਟ ਇਜ਼ ਗਿਵਨ ਬਾय ਨੌਲੇਜੇਬਲ ਟੀਚਰ। ਅਗਰ ਟੀਚਰ ਨੌਲੇਜੇਬਲ ਆ, ਨਹੀਂ ਟੀਚਰ ਨੌਲੇਜੇਬਲ ਹੋਇਆ ਤਾਂ ਫਿਰ ਉਹ ਟੀਚਰ ਸੈਂਟਰ ਹੋਗੀ, ਚਾਈਲਡ ਸੈਂਟਰ ਤਾਂ ਹੋਈ ਨਹੀਂ। ਠੀਕ ਹੈ, ਬੈਸਟ ਲਰਨਿੰਗ ਉਦੋਂ ਹੋਊਗੀ ਬੇਟਾ ਜਦੋਂ ਪਿਊਪਲ ਲਰਨ ਦੈਮਸੈਲਫ, ਜਾਨੀ ਕਿ ਜਦੋਂ ਇੱਕ ਬੱਚਾ, ਪਿਊਪਲ ਮਤਲਬ ਵਿਦਿਆਰਥੀ, ਖੁਦ ਲਰਨ ਕਰ ਰਿਹਾ ਹੈਗਾ, ਲਰਨਿੰਗ ਬਾय ਡੂਇੰਗ। ਠੀਕ ਹੈ, ਕਿਉਂਕਿ ਖੁਦ ਕਰੋਗੇ ਤਾਂ ਬੇਟਾ ਤੁਸੀਂ ਜ਼ਿਆਦਾ ਸਿੱਖੋਗੇ। ਠੀਕ ਹੈ, ਖੁਦ ਐਕਸਪੀਰੀਅੰਸ ਕਰਕੇ ਸਿੱਖੋਗੇ ਤਾਂ ਬੈਟਰ ਸਿੱਖੋਗੇ। ਠੀਕ ਹੈ, ਜਿਵੇਂ ਤੁਸੀਂ ਕਲਾਸ ਦੇ ਵਿੱਚ ਮੈਂ ਤੁਹਾਨੂੰ ਪ੍ਰੋਗਰੈਸ ਅੱਛੀ ਤਰ੍ਹਾਂ ਤੁਸੀਂ ਕਰ ਚੁੱਕੇ ਹੋ, ਡੈਵੀ ਜਿਹੜਾ ਹੈਗਾ, ਪ੍ਰੈਗਮਾਟਿਜ਼ਮ ਹਨਾ, ਸਾਰੀਆਂ ਚੀਜ਼ਾਂ ਪੜ੍ਹ ਚੁੱਕੇ ਹੋ ਤੁਸੀਂ। ਤਾਂ ਪੀਪਲ ਉਦੋਂ ਬੈਟਰ ਲਰਨ ਕਰਦੇ ਨੇ ਜਦੋਂ ਖੁਦ ਐਕਟਿਵ ਨੇ, ਖੁਦ ਲਰਨ ਕਰਨਾ ਚਾਹੁੰਦੇ ਨੇ। ਠੀਕ ਹੈ ਜੀ। ਨੈਕਸਟ ਕੁਐਸਚਨ ਜੀ, ਵਿਚ ਆਫ ਫੋਲੋਇੰਗ ਇਜ਼ ਨਾਟ ਅ ਫੀਚਰ ਆਫ ਚਾਈਲਡ ਸੈਂਟਰ ਐਜੂਕੇਸ਼ਨ। ਕਹਿੰਦੇ ਕਿਹੜਾ ਚਾਈਲਡ ਸੈਂਟਰ ਐਜੂਕੇਸ਼ਨ ਦਾ ਫੀਚਰ ਨਹੀਂ ਆ। ਤਾਂ ਦੇਖੋ, ਇਟ ਮੇਕਸ ਲਰਨਿੰਗ ਇੰਟਰਸਟਿੰਗ ਐਂਡ ਮੀਨਿੰਗਫੁਲ। ਠੀਕ ਹੈ, ਜਿਹੜਾ ਚਾਈਲਡ ਸੈਂਟਰ ਐਜੂਕੇਸ਼ਨ ਉਹਦਾ ਮਤਲਬ ਹੁੰਦਾ ਕਿ ਲਰਨਿੰਗ ਨੂੰ ਇੰਟਰਸਟਿੰਗ ਬਣਾਇਆ ਜਾਵੇ ਤੇ ਅਰਥਪੂਰਨ ਬਣਾਇਆ ਜਾਵੇ। ਸਹੀ ਆ। ਇਟ ਇਜ਼ ਸਟ੍ਰੈਸ ਔਨ ਦਾ ਟਾਈਮ ਕੰਪਲੀਸ਼ਨ ਫॉर ਦਾ ਸਿਲੇਬਸ। ਜਿਹੜੀ ਚਾਈਲਡ ਸੈਂਟਰ ਆ ਨਾ ਬੇਟਾ ਜੀ, ਇਹ ਸਿਲੇਬਸ ਦੇ ਉੱਪਰ ਜ਼ੋਰ ਨਹੀਂ ਦਿੰਦੀ। ਠੀਕ ਹੈ, ਇਹਦੇ ਚ ਟਾਈਮ ਫਲੈਕਸੀਬਲ ਹੁੰਦਾ, ਕੋਈ ਟਾਈਮ ਟੇਬਲ, ਕੋਈ ਇਹਨਾਂ ਚੀਜ਼ਾਂ ਦੇ ਉੱਪਰ ਜ਼ੋਰ ਨਹੀਂ ਦਿੱਤਾ ਜਾਂਦਾ। ਤਾਂ ਇੱਥੋਂ ਹੀ ਗਲਤ ਹੋ ਗਿਆ, ਸਟ੍ਰੈਸ ਔਨ ਟਾਈਮਲੀ ਕੰਪੀਟੀਸ਼ਨ ਆਫ ਦਾ ਸਿਲੇਬਸ। ਤਾਂ ਸਿਲੇਬਸ ਵਗੈਰਾ ਦੇ ਉੱਪਰ ਹੀ ਕੰਸਨਟ੍ਰੇਟ ਕਰਦੀ ਨਹੀਂ ਆ। ਠੀਕ ਹੈ, ਇਟ ਪ੍ਰੋਵਾਈਡ ਫਰੀडम ਦਿੰਦੀ ਆ ਬੱਚਿਆਂ ਨੂੰ ਟੂ ਗਰੋ ਨੈਚੁਰਲੀ। ਇੱਥੇ ਬੱਚਾ ਸੁਤੰਤਰ ਆ, ਚਾਈਲਡ ਸੈਂਟਰ ਦੇ ਵਿੱਚ ਬੱਚਾ ਕੇਂਦਰ 'ਚ ਆਪਣੇ ਪੇਸ ਦੇ ਨਾਲ ਲਰਨ ਕਰਨਾ ਚਾਹੁੰਦਾ। ਗਰੋਥ ਆਫ ਚਾਈਲਡ ਇਜ਼ ਅ ਪ੍ਰਾਇੋਰਟੀ। ਬੱਚੇ ਦੀ
ही तरजीह आ बच्चे दी ग्रोथ, बच्चे दी डिवेलपमेंट ਨੂੰ ਧਿਆਨ ਦੇ ਵਿੱਚ ਰੱਖ ਕੇ ਪੜਾਇਆ ਜਾਂਦਾ, ਬਟ ਇਹ ਸਿਲੇਬਸ ਦੇ ਉੱਪਰ ਕੰਸੰਟਰੇਟ ਨਹੀਂ ਕੀਤਾ ਜਾਂਦਾ। ਤੇ ਇਹਨਾਂ ਨੇ ਇਹ ਪੁੱਛਿਆ ਸੀ ਕਿ ਕਿਹੜਾ ਫੀਚਰ ਨਹੀਂ ਆ, ਤਾਂ ਮਤਲਬ ਕੀ ਆ, ਸਿਲੇਬਸ ਇਹ 'ਚ ਸ਼ਾਮਲ ਨਹੀਂ ਹੈਗਾ। ਅਸੀਂ ਸਿਲੇਬਸ ਕੰਪਲੀਸ਼ਨ ਨੂੰ ਚਾਈਲਡ ਸੈਂਟਰ ਲਰਨਿੰਗ ਦੇ ਵਿੱਚ ਧਿਆਨ ਦੇ ਵਿੱਚ ਨਹੀਂ ਰੱਖਦੇ। 24th क्वेश्चन है बेटा जी अपने को, अ टीचर बिकॉज ऑफ his or her democratic nature allow student to sit all over the class। टीचर ਦਾ ਜਿਹੜਾ ਬਿਹੇਵੀਅਰ ਡੈਮੋਕ੍ਰੈਟਿਕ ਆ, ਬੱਚਿਆਂ ਨੂੰ ਸਾਰੀ ਕਲਾਸ ਵਿੱਚ ਕਿਤੇ ਵੀ ਬੈਠਣ ਦੇ ਲਈ ਕਹਿ ਰਿਹਾ। ਕਈ ਬੱਚੇ ਜਿਹੜੇ ਹੈਗੇ ਨੇ ਇਕੱਠੇ ਬੈਠੇ ਹੋਏ ਨੇ, ਕਈ ਬੱਚੇ ਗਰੁੱਪ ਦੇ ਵਿੱਚ ਰੀਡ ਕਰ ਰਹੇ ਨੇ, ਕਈ ਸ਼ਾਂਤ ਬੈਠੇ ਹੋਏ ਨੇ, ਆਪਣੇ ਆਪ ਰੀਡ ਕਰ ਰਹੇ ਨੇ। ਇੱਕ ਪੇਰੈਂਟਸ ਉੱਥੇ ਵਿਜ਼ਿਟ ਕਰਦੇ ਨੇ, ਇੱਕ ਪੇਰੈਂਟ ਆਉਂਦਾ ਤੇ ਇਹ ਮਤਲਬ ਮਾਪੇ ਆਉਂਦੇ ਨੇ, ਉਹ ਡਜ਼ ਨਾਟ ਲਾਈਕ ਇਟ, ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਕਿ ਬੱਚੇ ਆਪਣੇ ਆਪ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਨਾ, ਆਪੇ ਹੀ ਟੀਚਰ ਅਲੱਗ ਬੈਠਾ ਹੋਇਆ ਹਨਾ। ਤਾਂ ਕਹਿੰਦੇ ਚੀਜ਼ ਕਿ ਉਹਨੂੰ ਮਾਪਿਆਂ ਨੂੰ ਪਸੰਦ ਨਹੀਂ ਆਉਂਦੀ, ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਐਜ਼ ਅ ਟੀਚਰ ਹੈਂਡਲ ਕਰੋਗੇ, ਠੀਕ ਹੈ। ਤਾਂ ਸੌਰੀ, ਵਿਚ ਆਫ ਫੋਲੋਇੰਗ ਮੇ ਬੀ ਦਾ ਬੈਸਟ ਵੇ ਟੂ ਹੈਂਡਲ ਦਾ ਸਿਚੁਏਸ਼ਨ ਐਜ਼ ਅ ਪੇਰੈਂਟਸ, ਤੁਸੀਂ ਜਿਹੜਾ ਹੈਗਾ ਕਿਵੇਂ ਇਸ ਚੀਜ਼ ਨੂੰ ਹੈਂਡਲ ਕਰੋਗੇ। ਤੁਸੀਂ ਦੇਖਦੇ ਹੋ ਕਿ ਇਸ ਤਰ੍ਹਾਂ ਦੀ ਕਲਾਸ ਆ, ਤਾਂ ਕਹਿੰਦੇ ਪੇਰੈਂਟਸ ਸ਼ੁੱਡ ਕੰਪਲੇਨ ਅਗੇਂਸਟ ਦਾ ਟੀਚਰ ਫॉर ਦਾ ਪ੍ਰਿੰਸੀਪਲ, ਤੁਸੀਂ ਜਿਹੜਾ ਹੈਗਾ ਪ੍ਰਿੰਸੀਪਲ ਨੂੰ ਕੰਪਲੇਨ ਕਰੋਗੇ ਨਹੀਂ, ਠੀਕ ਹੈ। ਪੇਰੈਂਟਸ ਸ਼ੁੱਡ ਰਿਕੁਐਸਟ ਟੂ ਪ੍ਰਿੰਸੀਪਲ ਆਫ ਚੇਂਜ ਦਾ ਸੈਕਸ਼ਨ ਆਫ ਦਾ देयर ਵਾਰਡ, ਠੀਕ ਹੈ। ਜਿਹੜੇ ਉਹਨਾਂ ਦੇ ਬੱਚੇ ਹੈਗੇ ਨੇ ਉਹਨਾਂ ਦਾ ਸੈਕਸ਼ਨ ਬਦਲਣ ਦੇ ਲਈ ਤੁਸੀਂ ਪ੍ਰਿੰਸੀਪਲ ਨੂੰ ਕਹੋਗੇ, ਇਹ ਵੀ ਨਹੀਂ ਆ, ਠੀਕ ਹੈ। ਪਹਿਲਾਂ ਤੁਸੀਂ ਕੀ ਕਰੋਗੇ, ਟੀਚਰ ਦੇ ਨਾਲ ਡਿਸਕਸ ਕਰੋਗੇ ਤੇ ਟੀਚਰ ਦੇ ਉੱਪਰ ਟਰਸਟ ਸ਼ੋ ਕਰੋਗੇ, ਕਿਉਂਕਿ ਟੀਚਰ ਇੱਕ ਡੈਮੋਕ੍ਰੈਟਿਕ ਵੇ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ, ਬੱਚਿਆਂ ਨੂੰ ਸੈਂਟਰ ਦੇ ਵਿੱਚ ਰੱਖ ਕੇ ਪੜ੍ਹਾ ਰਿਹਾ। ਤੇ ਇਹਦੇ ਲਈ ਤੁਸੀਂ ਕੀ ਕਰੋਗੇ ਐਜ਼ ਅ ਪੇਰੈਂਟਸ ਜਿਹੜੇ ਹੈਗੇ ਨੇ ਉਹ ਟੀਚਰ ਦੇ ਉੱਪਰ ਟਰਸਟ ਕਰਨਗੇ, ਡਿਸਕਸ ਕਰਨਗੇ ਪ੍ਰੋਬਲਮ ਕਿ ਮੈਨੂੰ ਇਹ ਤੁਹਾਡਾ ਮੈਥਡ ਪਸੰਦ ਨਹੀਂ ਹੈਗਾ, ਜਾਂ ਬੱਚੇ ਇਸ ਤਰੀਕੇ ਨਾਲ ਪੜ੍ਹ ਰਹੇ ਨੇ। ਤੇ ਉਹਦੇ ਚ ਕੀ ਕਰੋਗੇ, ਤੁਸੀਂ ਪਹਿਲਾਂ ਟੀਚਰ ਨਾਲ ਕੰਸਲਟ ਕਰੋਗੇ, ਡਿਸਕਸ ਕਰੋਗੇ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਫਰਦਰ ਡਿਸੀਜਨ ਲਓਗੇ। ਤਾਂ ਤੁਹਾਡੀ ਇੱਥੇ ਆਪਸ਼ਨ ਹੈਗੀ ਆ ਜੀ ਸੀ। ਨੈਕਸਟ ਹੈਗਾ ਬੇਟਾ ਜੀ, which of following will foster creativity among learner। ਜਿਹੜੇ ਕ੍ਰੀਏਟੀਵਿਟੀ ਜਾਨੀ ਕਿ ਜਿਹੜੇ ਲਰਨਰ ਹੈਗੇ ਆ ਉਹਨਾਂ ਦੇ ਵਿੱਚ ਸਿਰਜਣਾਤਮਕਤਾ ਨੂੰ ਕਿਵੇਂ ਫੋਸਟਰ ਕੀਤਾ ਜਾਂਦਾ, ਕਿਵੇਂ ਤੁਸੀਂ ਇੰਪਰੂਵ ਕਰ ਸਕਦੇ ਹੋ ਹਨਾ, ਕਿਵੇਂ ਜਿਹੜੇ ਸਿਰਜਣਾਤਮਕ ਬੱਚੇ ਹੈਗੇ ਨੇ ਕੁਝ ਨਵੀਨ ਕ੍ਰੀਏਟ ਕਰ ਸਕਦੇ ਤਾਂ ਉਹਨੂੰ ਕਿਵੇਂ ਵੱਧ ਤੋਂ ਵੱਧ ਪ੍ਰਮੋਟ ਕਰਨਾ। ਕਹਿੰਦੇ ਟੀਚਿੰਗ ਦਾ ਸਟੂਡੈਂਟ ਦਾ ਪ੍ਰੈਕਟੀਕਲ ਵੈਲਿਊ ਆਫ ਦਾ ਗੁੱਡ ਐਜੂਕੇਸ਼ਨ, ਪ੍ਰੈਕਟੀਕਲ ਵੈਲਿਊਜ਼ ਟੀਚ ਕਰੋਗੇ। ਪ੍ਰੋਵਾਈਡਿੰਗ अपॉर्चुनिटी टू द क्वेश्चन एंड द नेचर टू इनिशिएट टैलेंट ऑफ एवरी चिल्ड्रन, सवाल करन दे मौके दोगे एंड हरेक विद्यार्थी ਨੂੰ, ठीक है। ਤੇ ਪਦਾਇਸ਼ੀ ਪ੍ਰਤਿਭਾ ਜਿਹੜੀ ਹੈਗੀ ਆ, ਜਿਹੜਾ ਟੈਲੈਂਟ ਹੈਗਾ, ਉਸ ਟੈਲੈਂਟ ਨੂੰ ਨਰਚਰ ਕਰੋਗੇ ਬੱਚੇ ਦੇ। ਅਗਲੀ ਆਪਸ਼ਨ ਪੜ੍ਹਦੇ ਹਾਂ, ਐਮਫਸਾਈਜ਼ਿੰਗ ਅਚੀਵਮੈਂਟ ਗੋਲਸ ਫॉर द ਬਿਗਨਿੰਗ ਆਫ द ਸਕੂਲ ਲਾਈਫ। ਜਿਹੜੇ ਮਤਲਬ ਅਚੀਵਮੈਂਟ ਹੈਗੀਆਂ ਬੱਚੇ ਦੀਆਂ ਹਨਾ, ਉਹਨਾਂ ਦੇ ਉੱਪਰ ਤੁਸੀਂ ਬਿਗਨਿੰਗ ਦੇ ਵਿੱਚ ਜ਼ਿਆਦਾ ਧਿਆਨ ਦੋਗੇ, ਠੀਕ ਹੈ। ਤੇ ਲਾਸਟ ਆਪਸ਼ਨ ਹੈਗੀ ਆ ਕੋਚਿੰਗ ਸਟੂਡੈਂਟਸ ਟੂ ਗੁੱਡ ਮਾਰਕਸ ਇਨ ਐਗਜ਼ਾਮੀਨੇਸ਼ਨ ਦੇ ਵਿੱਚ ਮਾਰਕਸ ਲੈਣਾ ਕਿਸੇ ਵੀ ਟੀਚਰ ਦਾ ਨਾ ਤਾਂ ਟਾਰਗੇਟ ਆ, ਨਾ ਹੀ ਇੱਥੇ ਬੱਚੇ ਦਾ। ਵੈਸੇ ਸਾਡਾ ਟਾਰਗੇਟ ਇਹੀ ਆ, ਬਟ ਚਾਈਲਡ ਸੈਂਟਰ ਐਜੂਕੇਸ਼ਨ ਦੇ ਵਿੱਚ ਇਹ ਮੇਨ ਟਾਰਗੇਟ ਨਹੀਂ ਹੁੰਦਾ, ਠੀਕ ਹੈ। ਤਾਂ ਫਿਰ ਤੁਸੀਂ ਕੀ ਕਰੋਗੇ ਬੇਟਾ, ਕ੍ਰੀਏਟੀਵਿਟੀ ਕਿੱਥੇ ਆ, ਇੱਕ ਇੰਡੀਵਿਜੂਅਲ ਦੇ ਵਿੱਚ ਆ, ਤਾਂ ਤੁਸੀਂ ਕੀ ਕਰੋਗੇ ਬੇਟਾ ਜੀ, ਉਸ ਬੱਚੇ ਨੂੰ ਵੱਧ ਤੋਂ ਵੱਧ ਮੌਕਾ ਦੋਗੇ ਕੁਐਸਚਨ ਪੁੱਛਣ ਦਾ, ਤੇ ਇਨੀਸ਼ੀਏਟ ਟੈਲੈਂਟ ਜਿਹੜਾ ਉਹ ਚ ਜਮਾਂਦਰੂ ਗੁਣ ਹੈਗਾ ਉਸ ਨੂੰ ਵੱਧ ਤੋਂ ਵੱਧ ਨਰਿਸ਼ ਕਰੋਗੇ, ਵੱਧ ਤੋਂ ਵੱਧ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋਗੇ, ਠੀਕ ਹੈ ਜੀ, ਕਲੀਅਰ। ਤਾਂ ਉਹਦੀ ਕ੍ਰੀਏਟੀਵਿਟੀ ਨੂੰ ਪ੍ਰਮੋਟ ਕਰੋਗੇ। नेक्स्ट हैगा बेटा जी, विच ऑफ फॉलोइंग शुड बी कंसीडर द मोस्ट इंपॉर्टेंट क्वालिटी ऑफ द टीचर एट प्राइमरी लैवल। प्राइमरी लैवल दे विच कहंदे टीचर दे लई बेस्ट क्वालिटी केड़ी होगी, ईगरनेस टू टीच, टीचर नू दे विच ईगरनेस होनी चाहिए, पेशेंस ते परजर्वेंस होनी चाहिए, कॉम्पिटेंस इन द मैथड ऑफ टीचिंग एंड नॉलेज ऑफ सब्जेक्ट। तां टीचर नू अपने सब्जेक्ट दे विच मास्टरी होनी चाहिए है बेटा, ते नाल ही जिहड़े अच्छे मैथड हैगे टीचिंग दे कि ਜੇ ਉਹ ਪ੍ਰਾਇਮਰੀ ਲੈਵਲ ਦੇ ਉੱਪਰ ਪੜ੍ਹਾ ਰਿਹਾ ਹੈਗਾ ਤਾਂ ਉਹਨੇ ਕਿਹੜਾ ਮੈਥਡ ਅਡਾਪਟ ਕਰਨਾ ਹੈਗਾ, ਉਹ ਕਿਹੜਾ ਸਬਜੈਕਟ ਪੜ੍ਹਾ ਰਿਹਾ ਤੇ ਸਬਜੈਕਟ ਦੇ ਅਕੋਰਡਿੰਗ ਕਿਹੜਾ ਮੈਥਡ ਟੀਚ ਕਰਨਾ ਹੈਗਾ, ਇਹ ਟੀਚਰ ਦੇ ਉੱਪਰ ਡਿਪੈਂਡ ਹੋਣਾ ਚਾਹੀਦਾ। ਤੇ ਉਹੀ ਟੀਚਰ ਬੈਸਟ ਮੰਨਿਆ ਜਾਊਗਾ ਜਿਵੇਂ ਮੈਥਡੋਲੋਜੀ, ਲੈਸਨ ਪਲਾਨ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹੋਣ, ਠੀਕ ਹੈ ਜੀ। ट्वेंटी-7th क्वेश्चन है जी अपने को, विच ऑफ फॉलोइंग इज द फीचर ऑफ प्रोग्रेसिव एजुकेशन। प्रोग्रेसिव एजुकेशन जानी कि चाइल्ड सेंटर एजुकेशन दा कहंदे केड़ा फीचर है, तो कहंदे फ्लैक्सीबल टाइम एंड सीटिंग अरेंजमेंट। मैं ऑलरेडी दस चुकी हूं कि इस टाइम फ्लैक्सीबल हुंदा, इंस्ट्रक्शन बेस्ड सोलली ऑन प्रिस्क्राइब्ड टेक्स्ट बुक के अकॉर्डिंग तुसीं इह टीच नहीं करना हुंदा, बच्चा लिबरल वे दे नाल स्वतंत्र होकर सीखदा। एम्फसाइजिस ऑन स्कोरिंग गुड मार्क्स इन एग्जामिनेशन, एग्जामिनेशन के उपर भी कंसनट्रेट नहीं करना हुंदा।
frequent test and examination टेक्स्ट बुक सिलेबस इन्हां चीज़ां दे उपर कंसनट्रेट नहीं किया जाता चाइल्ड सेंटर एजुकेशन दे विच। ये की हुंदा बेटा जी फ्लैक्सीबल टाइम टेबल, ठीक है, बच्चे की नीड के अकॉर्डिंग उन्हें एक्सपीरियंस देना, ਉਹਦਾ कोई टाइम नहीं हैगा, कोई सीट्स नहीं हैगियां, बच्चा जिथे जिस तरीके नाल भी लर्न करना चाहता लर्न कर सकता। जिवें रविंद्रनाथ टैगोर के बारे तुहानूं दस्सिया सी, फ्रोबल के बारे तुहानूं दस्सिया सी ना, बहुत डीप तरह नाल तुहाडा प्रोग्रेसिव एजुकेशन मेरे नाल क्लास दे विच हो चुकी है ना, सारे फीचर सारे करैक्टरिस्टिक मैं तुहानूं उहदे करवा चुकी हाँ। 28th क्वेश्चन है बेटा जी, the emphasis for teaching to learning can be shifted by, ਤਾਂ ਕਹਿੰਦੇ ਜਿਹੜਾ ਸਾਡਾ ਟੀਚਿੰਗ ਟੂ ਲਰਨਿੰਗ ਹੈਗਾ ਫੋਕਸ ਉਹ ਕਿਵੇਂ ਕਿਹਦੇ ਤੇ ਕਿਸ ਹੋਣਾ ਚਾਹੀਦਾ ਨਾ, ਤੁਸੀਂ ਐਜ਼ ਅ ਟੀਚਰ ਟੀਚ ਕਰ ਰਹੇ ਹੋ, ਤੁਹਾਡੀ ਲਰਨਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਤੁਸੀਂ ਲਰਨ ਕਰਾਓਗੇ। ਫੋਕਸ ਔਨ ਦਾ ਐਗਜ਼ਾਮੀਨੇਸ਼ਨ ਨਹੀਂ, ਬਾਰ-ਬਾਰ ਮੈਂ ਦੱਸ ਚੁੱਕੀ ਹਾਂ, ਰੋਟ ਲਰਨਿੰਗ ਨਹੀਂ, ਚਾइल्ड सेंटर ਦੇ ਵਿੱਚ ਰੱਟੇ ਦੇ ਉੱਪਰ ਕੋਈ ਧਿਆਨ ਨਹੀਂ ਦੇਣਾ, एग्जाम्स के उपर कोई ध्यान नहीं देना, हार्ड टाइम सिलेबस इन्हां चीज़ों ते कोई ध्यान नहीं देना। जिहड़ी प्रोग्रेसिव एजुकेशन आ जाए एक गुड एजुकेशन वही मन्नी जाती है जिथे तुसी चाइल्ड सेंटर पैडागोजी नूं अडॉप्ट करदे हो। चाइल्ड सेंटर पैडागोजी की हुंदी है, ये तुहाडी मेरे नाल फर्स्ट क्लास दे विच ही हो चुका सी है ना, कि वट इज़ अ पैडागोजी, इंस्ट्रक्शन देनियां, ठीक है, बच्चे दे लैवल दे अकॉर्डिंग, डिवेलपमेंट दे अकॉर्डिंग, तां बच्चे नूं जिहड़ा हैगा सेंटर दे विच रख के टीच करना, यही कहंदे मेन फोकस होगा जदों भी तुसी टीच करोगे। 29th question है बेटा जी, in the progressive model of education as implemented by CBSE, ठीक है, socialization of children is done in such way so as to expert them to, ठीक है, कहते CBSE ने तुहानूं पता कि CBSE जिहड़ा स्कूल बोर्ड हैगा साडा ना, सेंट्रल बोर्ड ऑफ सैकेंडरी एजुकेशन, तां इहने बेटा जी प्रोग्रेसिव एजुकेशन नूं लैके जिहड़ा मॉडल दिता हैगा एजुकेशन दा है ना, ਉਹਦੇ ਚ ਕਿਹੜੇ ਵੇ ਸਿੰਪਲੀ ਆਪਾਂ ਕਹੀਏ ਅਡਾਪਟ ਕਰਨ ਦੀ ਗੱਲ ਆਖੀ ਗਈ ਆ। ਤਾਂ ਗਿਵ ਅਪ ਟਾਈਮ ਕੰਜ਼ਿਊਮਿੰਗ ਸੋਸ਼ਲ ਹੈਬਿਟਸ ਐਂਡ ਲਰਨ ਹਾਊ ਟੂ ਸਕੋਰ ਗੁੱਡ ਗ੍ਰੇਡ। ਪਹਿਲਾਂ ਹੀ ਮੈਂ ਕਿਹਾ ਗੁੱਡ ਗ੍ਰੇਡਸ ਤਾਂ ਇਹਨਾਂ ਚੀਜ਼ਾਂ ਦੇ ਉੱਪਰ ਚਾइल्ड ਸੈਂਟਰ ਚੀਜ਼ਾਂ ਨੂੰ ਜੋ ਤੁਸੀਂ ਰੱਖਦੇ ਹੋ ਤੇ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ। ਬੀ ਆ ਐਕਟਿਵ ਪਾਰਟਿਸਿਪੇਂਟ ਇਨ ਦਾ ਗਰੁੱਪ ਵਰਕ ਐਂਡ ਲਰਨ ਸੋਸ਼ਲ ਸਕਿੱਲਸ। ਜਿੱਥੇ ਬੇਟਾ ਪ੍ਰੋਗਰੈਸਿਵ ਆ ਗਿਆ, ਜਿੱਥੇ ਬੇਟਾ ਚਾइल्ड ਸੈਂਟਰ ਆ ਗਿਆ, ਉੱਥੇ ਬੱਚਾ ਐਕਟਿਵ ਆ, ਠੀਕ ਹੈ, ਤੁਸੀਂ ਉਹਨੂੰ ਖੁਦ ਐਕਸਪੀਰੀਅੰਸ ਕਰਨ ਦਾ ਮੌਕਾ ਦੇਣਾ, ठीक है, खुद जिहड़ा हैगा लर्न करन दा मौका देना। तो इत्थे की आ बच्चे एक्टिव पार्टिसिपेंट ने, तो उन्होंने ग्रुप वर्क जां जिहड़ियां बाकी लर्न स्किल्स ने उन्हां दे विच वध तों वध पार्टिसिपेट करन दा मौका दोगे। CBSE ने खुद क्या हैगा, जदों भी तुसीं प्रोग्रेसिव मॉडल एजुकेशन दे विच लैके आउंदे हो तां बच्चों की सोशलाइजेशन बैटर करना चाहुंदे हो तां किहड़े तरीके दे नाल कर सकदे हो। बच्चों नूं ग्रुप वर्क दे विच, ग्रुप एक्टिविटीज़ दे विच जिहड़ियां सोशल स्किल्स ने उन्हां दे विच ग्रुप्स दे विच, ठीक है, ते उन्हां नूं एक्टिव इनवॉल्व करो, ठीक है, तुसीं समाज के नियम सिखाने ने, समाज के नेम सिखाने ने, तो उन्होंने ग्रुप्स के विच वंड दो ते सोशल स्किल्स का हिस्सा बनन दिओ, उन्होंने सोशल स्किल लर्न करन दिओ एक्टिवली खुद ब खुद, ठीक है, उन्होंने दस्सण दी बजाए उन्होंने उहदे च शामिल करो। ये CBSE का कहना। 30 एंड लास्ट क्वेश्चन है बेटा जी अपने को, इन द कॉन्टेक्स्ट ऑफ प्रोग्रेसिव एजुकेशन विच ऑफ फॉलोइंग स्टेटमेंट इज ट्रू अबाउट अकॉर्डिंग टू जॉन डेवी। द जॉन डेवी प्रैगमाटिज्म के नाल संबंधित सी मैं तुहानूं क्लास विच करवा चुकी हाँ। प्रोग्रेसिव एजुकेशन दे किस तरह की होगी उन्हां दे अकॉर्डिंग, सारिਆਂ दे अकॉर्डिंग प्रोग्रेसिव एजुकेशन सेम ही आ बेटा जी, चाइल्ड सेंटर आ, डेमोक्रेटिक आ, ठीक है जी, डेमोक्रेटिक होगी, ਜਿਹੜੇ ਹੈਗੇ ਉਹ कोई टाइम टेबल नहीं होगा, राइट लर्निंग नहीं होगी, ठीक है, इंटीग्रेशन के उपर ध्यान दूगा, ये सारिया चीज़ां, ठीक है, सैल्फ डिसिपलिन होगा। ਤਾਂ ਕਹਿੰਦੇ ਜਿਹੜਾ ਫਿਰ ਇਹਦੇ ਜੋ ਕਿਹੜੀ ਟਰੂ ਆ, ਫਸਟ ਹੈਗੀ ਆ देयर शुड बी अ प्ले नॉट अ प्लेस ऑफ डेमोक्रेसी। गलत आ क्योंकि ਇਹ ਡੈਮੋਕ੍ਰੇਸੀ ਨੂੰ ਇੰਪੋਰਟੈਂਸ ਦਿੰਦੇ ਆ ਤੇ ਜੌਨ ਡੈਵੀ ਨੇ ਖਾਸ ਤੌਰ ਤੇ ਡੈਮੋਕ੍ਰੈਟਿਕ এনवायरमेंट ਨੂੰ ਇਨਵੋਲਵ ਕੀਤਾ। स्टूडेंट शुड बी एबल टू सॉल्व सोशल प्रॉब्लम्स देमसेल्फ, ठीक है, बच्चे ਜਿਹੜੇ ਹੈਗੇ ਨੇ ਉਹ ਆਪਣੀਆਂ ਸੋਸ਼ਲ ਪ੍ਰੋਬਲਮ ਖੁਦ देमसेल्फ मतलब क्योंकि ਉਹ ਐਕਟਿਵ ਨੇ ਤੇ ਆਪਣੀਆਂ ਪ੍ਰੋਬਲਮ ਖੁਦ ਸੋਲਵ ਕਰ ਸਕਦੇ ਆ। ਅਗਲਾ ਦੇਖਦੇ ਆ, curiosity does not belong to inherent nature of student, rather it be cultivated। ਕਹਿੰਦੇ ਬੱਚਿਆਂ ਦੇ ਵਿੱਚ ਜਿਹੜੀ क्यूरियोसिटी हैगी वो पहला तो नहीं हैगी, जमांदरू नहीं हैगी, वो कल्टीवेट की जाती है, ठीक है। स्टूडेंट शुड बी ऑब्जर्व्ड, बच्चों को सिर्फ देखना चाहिए, उन्होंने सुनना नहीं चाहिए, ये भी गलत है। तो बेटा जिथे प्रोग्रेसिव आ उत्थे मतलब बच्चे नूं एक्टिव रखना। ਇਹੋ ਜਿਹੇ क्वेश्चन ਤੁਹਾਨੂੰ पेपर ਦੇ ਵਿੱਚ बहुत मिलने ने, इस क्लास ਨੂੰ ਧਿਆਨ ਦੇ ਨਾਲ देखो, MCQ ਕਿੱਥੇ ਕਿਵੇਂ आंसर ਲੱਗਾ ਇਹਦਾ, ठीक है। स्टूडेंट शुड बी एबल टू सॉल्व सोशल प्रॉब्लम देमसेल्फ, सिर्फ इस चीज करके कि बच्चा खुद प्रॉब्लम सॉल्व करे उत्थे बच्चा एक्टिव आ। इस करके बेटा जी प्रोग्रेसिव एजुकेशन आ जिहड़ी
ਉਹ ਬੱਚੇ ਨੂੰ ਐਕਟਿਵ ਰੱਖਦੀ ਹੈ, ਉਹ ਡੈਮੋਕ੍ਰੇਟਿਕ ਇਨਵਾਇਰਨਮੈਂਟ ਦੇ ਪੱਖ 'ਚ ਆ। ਇਸ ਕਰਕੇ ਸਾਡੀ ਇੱਥੇ ਇਹਨਾਂ ਨੇ ਨੋਟ ਲਾਇਆ ਹੋਇਆ ਤੇ ਇਸ ਕਰਕੇ ਆਪਣੀ ਫਰਸਟ ਲਾਈਨ ਆ ਜਿਹੜੀ ਉਹ ਗਲਤ ਹੁੰਦੀ ਆ। ਅਗਲੀ ਜਿਹੜੀ ਹੈਗੀ ਹੈ ਕਹਿੰਦੇ ਕਿ ਜਿਹੜੀ ਕਿਉਰਿਓਸਿਟੀ ਆ ਉਹ ਇਨੀਸ਼ੀਏਟ ਨਹੀਂ ਹੈਗੀ, ਕਲਟੀਵੇਟ ਕੀਤੀ ਜਾਂਦੀ ਹੈ। ਅਗਲੇ ਦੇ ਵਿੱਚ ਤੁਸੀਂ ਬੱਚੇ ਨੂੰ ਸੁਣ ਹੀ ਨਹੀਂ ਰਹੇ, ਠੀਕ ਹੈ। ਤੇ ਇਸ ਕਰਕੇ ਸਾਡਾ ਹਮੇਸ਼ਾ ਹੀ ਆਨਸਰ ਜਦੋਂ ਪ੍ਰੋਗਰੈਸਿਵ ਆ ਤਾਂ ਜਿੱਥੇ ਬੱਚਾ ਐਕਟਿਵ ਆ ਤੁਹਾਡਾ ਆਨਸਰ ਹੋਊਗਾ, ਠੀਕ ਹੈ। ਕਲੀਅਰ ਤਾਂ ਇਹ ਸੀ ਸਾਡੀ ਅੱਜ ਦੀ ਕਲਾਸ। ਅਗਰ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਨੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਮਿਲਦੇ ਆ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ।